ਤੇ ਕਿਸਾਨਾਂ ਨੇ ਕਿਹਾ ਕਿ ਅਸੀਂ ਤਾਂ ਮਰ ਜਾਵਾਂਗੇ। ਇਹ 3 ਆਰਡੀਨੈਂਸ ਬਿੱਲ ਅਗਰ ਵਾਪਸ ਨਹੀਂ ਹੁੰਦੇ ਤਾਂ ਸਾਡੇ ਬੱਚਿਆਂ ਦਾ ਭਵਿੱਖ ਖਤਮ ਹੋ ਜਾਊਗਾ, ਸਾਡੀ ਜ਼ਮੀਨਾਂ ਹਥਿਆਈਆਂ ਜਾਣਗੀਆਂ। ਤੇ ਮਨੋਹਰ ਲਾਲ ਖੱਟੜ ਨੂੰ ਜਦੋਂ ਉਹਨਾਂ ਨੇ ਲਾਸਟ ਵਿੱਚ ਕਿਹਾ ਕਿ ਅਸੀਂ ਮੁੱਖ ਮੰਤਰੀ ਸਾਹਿਬ ਮਰ ਜਾਵਾਂਗੇ, ਤਾਂ ਖੱਟੜ ਦਾ ਇਹ ਬਿਆਨ ਸੀ ਵੀ ਫਿਰ ਮੈਂ ਕੀ ਕਰ ਸਕਦਾ। ਅੱਛਾ, ਕਿਉਂਕਿ ਸਿਕਿਉਰਿਟੀ ਤਾਂ ਉਹਨੂੰ ਹੀ ਚਾਹੀਦੀ ਜਿਹਨੇ ਬੰਦਿਆਂ ਵਾਲਾ ਕੋਈ ਕੰਮ ਹੀ ਨਹੀਂ ਕਰਨਾ। ਬੀਜੇਪੀ ਦੇ ਜਿੰਨੇ ਲੀਡਰ ਆ ਕੋਈ ਬੰਦਿਆਂ ਵਾਲਾ ਕੰਮ ਤਾਂ ਕਰਦੇ ਨਹੀਂ। ਪ੍ਰਤਾਪ ਸਿੰਘ ਕੈਰੋਂ ਮੁੱਖ ਮੰਤਰੀ ਪੰਜਾਬ ਸੀ ਤੇ ਪਟਵਾਰੀਆਂ ਨੇ ਸੰਘਰਸ਼ ਕੀਤਾ। ਉਹਨੇ ਬੱਸਾਂ ਦੇ ਵਿੱਚ ਪਟਵਾਰੀ ਭਰੇ, ਸਾਰੇ ਭਰ ਕੇ ਲਿਜਾ ਕੇ ਉਹ ਕਸ਼ਮੀਰ ਦੀਆਂ ਬਾਦੀਆਂ 'ਚ ਸੁੱਟਿਆ। ਉੱਥੋਂ ਜਦ ਵਾਪਸ ਆਇਆ ਅੱਜ ਤੱਕ ਕਦੇ ਵੀ ਪਟਵਾਰੀਆਂ ਨੇ ਸਟਰਾਈਕ ਨਹੀਂ ਕੀਤੀ। ਫਿਰ ਕੈਪਟਨ ਅਮਰਿੰਦਰ ਸਿੰਘ ਦੇ ਪੱਲੇ ਕੀ ਆ? ਕੁਛ ਨਹੀਂ। ਕੋਈ ਵੀ ਆ ਉਹਨਾਂ ਨੂੰ ਫਿਰ ਬੱਸ ਵਿੱਚ ਤੁੰਨੇ ਫਿਰ ਚੰਗੀ ਤਰ੍ਹਾਂ। ਇੱਕ ਤਾਂ ਬੱਸ 'ਚ ਛੈਂਟੀ ਲਾਵੇ ਇਹਨਾਂ ਦੀ, ਦੂਜਾ ਚੱਕ ਕੇ ਲਿਜਾ ਕੇ ਫਿਰ ਉਹ ਕਸ਼ਮੀਰ ਦੀਆਂ ਬਾਦੀਆਂ ਸੁੱਟਿਆ ਹੋਵੇ ਜਿੱਥੇ ਬਰਫ਼ ਹੋਵੇ ਤਾਂ ਉੱਥੇ ਇਹਨਾਂ ਦੀ ਕੁਲਫੀ ਜੰਮ ਜਾਣੀ। ਲੈ ਮੁੜ ਕੇ ਸਿਆਸਤ ਕਰ ਜਾਣਗੇ ਤਾਂ ਮੈਨੂੰ ਆ ਕੇ ਫੜ ਲਓ। ਤਦ ਹੀ ਜਾ ਕੇ ਅਸੀਂ ਕਹਾਂਗੇ ਨਾ ਜੀ ਵੀ ਕਿਸਾਨ ਤੇ ਮਜ਼ਦੂਰ ਦੀ ਜਿਹੜੀ ਏਕਤਾ ਆ ਉਹ ਪੰਜਾਬ ਦੇ ਵਿੱਚ ਤਦ ਹੀ ਬਰਕਰਾਰ ਰਹੂਗੀ। ਤਾਂ ਮੈਂ ਤਾਂ ਇਹ ਕਹੂੰਗਾ ਕਿਸਾਨਾਂ ਨੂੰ, ਜੇ ਇਹ ਲੀਡਰ ਬੰਦੇ ਦੇ ਪੁੱਤ ਨਹੀਂ ਬਣਦੇ ਫਿਰ ਇਹਨਾਂ ਦਾ ਚੰਮ ਲਾਉਣਾ ਸ਼ੁਰੂ ਕਰ ਦਿਓ। ਜਿਹੜਾ ਲੀਡਰ ਇਹਨਾਂ ਦੇ ਹਿੱਤ 'ਚ ਬੋਲੂਗਾ ਤਾਂ ਉਹਨੂੰ ਤੁਸੀਂ ਜੈ ਜੈਕਾਰ ਕਰੋ। ਜਿਹੜਾ ਤੁਹਾਡੇ ਹਿੱਤ 'ਚ ਨਹੀਂ ਬੋਲਦਾ, ਤੁਹਾਡੇ ਵਿਰੋਧ 'ਚ ਚੱਲਦਾ, ਚਾਹੇ ਉਹ ਕਾਂਗਰਸੀ ਆ, ਚਾਹੇ ਅਕਾਲੀ ਆ, ਚਾਹੇ ਬੀਜੇਪੀ ਆ, ਫਿਰ ਬਖਸ਼ੋ ਨਾ ਕਿਸੇ ਨੂੰ। ਆਇਓ ਫੈਂਟਾ ਚਾੜ ਕੇ ਤੋਰੋ ਵੀ ਜਦੋਂ ਫੈਂਟਾ ਲਿਥੂਗਾ ਐਨ ਬੰਦੇ ਦੇ ਪੁੱਤ ਬਣ ਜਾਣਗੇ, ਸੋਚ ਸਮਝ ਕੇ ਪਿੰਡਾਂ 'ਚ ਬਣਨਗੇ ਤੇ ਪੰਜਾਬ ਨੂੰ ਬਚਾ ਲਓ। ਨਹੀਂ ਤਾਂ ਤੁਹਾਡੇ ਟੈਗ ਲੱਗ ਜਾਣਾ ਵੀ ਪੰਜਾਬ ਦਾ ਹੱਸਦਾ ਬਸਦਾ ਪੰਜਾਬ ਦਾ ਬੇੜਾ ਗਰਕ। ਅੱਗੇ 84 'ਚ ਹੋਇਆ ਸੀ, ਹੁਣ ਤੁਸੀਂ ਇਹਨਾਂ ਨੇ ਕਰ ਦੇਣਾ। ਮਗਰ ਜਿੱਥੇ ਉਹ ਕਿਸਾਨਾਂ ਨਾਲ ਖੜੇ, ਮੈਂ ਕਦੀ ਗੜੀ ਸਾਹਿਬ ਨੂੰ ਦੇਖਿਆ ਹੀ ਨਹੀਂ ਅੱਜ ਤੱਕ ਵੀ ਕਿਸੇ ਕਿਸਾਨ ਅੰਦੋਲਨ ਵਿੱਚ ਜਾ ਕੇ ਬੋਲਦਾ ਮੈਂ ਕਦੀ ਸੁਣਿਆ ਹੋਵੇ। ਜੇ ਕਿਸਾਨ ਸੁਰੱਖਿਅਤ ਹੋਊਗਾ ਤਾਂ ਮਜ਼ਦੂਰ ਸੁਰੱਖਿਅਤ ਹੋਊਗਾ। ਇਹ ਗੜੀ ਸਾਹਿਬ ਨੂੰ ਕਹਿਣਾ ਚਾਹੀਦਾ। ਮੇਰੇ ਵੱਲੋਂ ਅੱਜ ਦੇ ਤੁਹਾਡੇ ਮਾਧਿਅਮ ਤੋਂ ਮੈਂ ਉਹਨਾਂ ਨੂੰ ਅਪੀਲ ਵੀ ਕਰਦਾ। ਮੈਂ ਫਲਜਿੰਦਰ ਰਤੂ ਤੇ ਤੁਸੀਂ ਦੇਖ ਰਹੇ ਹੋ ਫੈਨ ਅੰਬੇਡਕਰ ਟੀਵੀ। ਜਿੱਦਾਂ ਕਿ ਤੁਹਾਨੂੰ ਪਤਾ ਹੀ ਹੈ ਕਿ ਲਗਾਤਾਰ ਜੋ ਕਿਸਾਨੀ ਬਿੱਲਾਂ ਨੂੰ ਲੈ ਕੇ ਕਿਸਾਨ ਧਰਨੇ ਲਗਾ ਕੇ ਬੈਠੇ ਹੋਏ ਆ। ਲਗਾਤਾਰ ਅੱਜ ਬਹੁਤ ਲੰਮਾ ਸਮਾਂ ਹੋ ਗਿਆ ਔਰ ਕਿਸਾਨ ਜੋ ਇਹਨਾਂ ਬਿੱਲਾਂ ਦਾ ਵਿਰੋਧ ਕਰ ਰਹੇ ਆ ਔਰ ਲਗਾਤਾਰ ਧਰਨਾ ਪ੍ਰਦਰਸ਼ਨ ਜਾਰੀ ਆ। ਚਾਹੇ ਸ਼ੰਭੂ ਬੈਰੀਅਰ ਨੂੰ ਲੈ ਲਈਏ, ਹੋਰ ਵੱਖ-ਵੱਖ ਥਾਵਾਂ ਦੇ ਉੱਤੇ ਵੀ ਇਹ ਅਲੱਗ-ਅਲੱਗ ਜਗ੍ਹਾ ਪਟੜੀਆਂ ਵੀ ਰੋਕੀਆਂ ਗਈਆਂ ਆ, ਪਟੜੀਆਂ ਦੇ ਉੱਤੇ ਵੀ ਬੈਠੇ ਆ, ਇਸ ਬਿੱਲ ਦਾ ਲਗਾਤਾਰ ਵਿਰੋਧ ਕਰ ਰਹੇ ਆ। ਔਰ ਇਸ ਦੌਰਾਨ ਜੋ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਦੀਆਂ ਜੋ ਯੂਨੀਅਨ ਕਿਸਾਨਾਂ ਦੀਆਂ ਜੋ 31 ਜਥੇਬੰਦੀਆਂ ਉਹਨਾਂ ਦੇ ਨਾਲ ਗੱਲਬਾਤ ਕਰਨ ਲਈ ਉਹਨਾਂ ਨੂੰ ਦਿੱਲੀ ਬੁਲਾਇਆ ਗਿਆ ਸੀ। ਔਰ ਅਸੀਂ ਗੱਲਬਾਤ ਕਰਾਂਗੇ। ਸਾਡੇ ਨਾਲ MP ਸਿੰਘ ਗੁਰਾਇਆ ਨੇ ਇਸ ਵਿਸ਼ੇ 'ਤੇ ਗੱਲ ਕਰਨ ਦੇ ਲਈ। ਔਰ ਕੀ ਬਣਿਆ ਉਸ ਦੌਰਾਨ, ਕੀ ਹਾਲਾਤ ਹੋਏ। MP ਸਿੰਘ ਗੁਰਾਇਆ ਜੀ, ਪਹਿਲਾਂ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਫੈਨ ਅੰਬੇਡਕਰ ਟੀਵੀ ਵੱਲੋਂ। ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਜੈ ਭੀਮ, ਜੈ ਭਾਰਤ। ਗੁਰਾਇਆ ਸਾਹਿਬ, ਕਿਸਾਨਾਂ ਨੂੰ ਬੁਲਾਇਆ ਗਿਆ ਦਿੱਲੀ, ਕੀ ਗੱਲਬਾਤ ਹੋਈ ਕਿ ਕਿਸਾਨ ਉੱਦਾਂ ਹੀ ਵਾਪਸ ਆ ਗਏ? ਮੈਂ ਕੱਲ੍ਹ ਜਿਸ ਵੇਲੇ ਨਿਊਜ਼ ਆਈ ਸੀ ਜੀ, ਉਦੋਂ ਬਹੁਤ ਸਾਰੇ ਮੇਰੇ ਸੱਜਣ ਮਿੱਤਰ ਦੋਸਤ ਹੈਗੇ ਨੇ ਜੀ, ਉਹਨਾਂ ਦੇ ਨਾਲ ਟੈਲੀਫੋਨ 'ਤੇ ਗੱਲਬਾਤ ਕੀਤੀ ਸੀ ਵੀ ਕੀ ਉੱਥੇ ਮਾਮਲਾ ਹੋਇਆ ਜੀ। ਕਿਉਂਕਿ ਜਦੋਂ ਐਗਰੀਕਲਚਰ ਮਿਨਿਸਟਰ ਨੇ ਜਿਸ ਵੇਲੇ ਇਹਨਾਂ ਨੂੰ ਸੱਦਾ ਪੱਤਰ ਭੇਜਿਆ ਸੀ ਜੀ, ਔਰ ਇਹ ਹਵਾ ਜਿਸ ਵੇਲੇ ਫੈਲੀ ਕਿ ਕੇਂਦਰ ਸਰਕਾਰ ਨੇ ਜਿਹੜਾ 31 ਜਥੇਬੰਦੀਆਂ ਕਿਸਾਨਾਂ ਦੀਆਂ, ਭਾਰਤੀ ਕਿਸਾਨ ਯੂਨੀਅਨ ਦੇ ਸਮੇਤ ਮਜ਼ਦੂਰ ਸੰਗਠਨ, ਔਰ ਉਹਨਾਂ ਨੇ ਇਹ ਮੰਗ ਜਿਹੜੀ ਰੱਖੀ ਸੀ ਤਾਂ ਉਹਨਾਂ ਨੇ ਮਨ ਦੇ ਵਿੱਚ ਇੱਕ ਆਸ਼ਾ ਦੀ ਕਿਰਨ ਜਿਹੜੀ ਉਹ ਜਾਗੀ ਸੀ ਕਿ ਕੇਂਦਰ ਸਰਕਾਰ ਨੇ ਅੱਜ ਸਾਨੂੰ ਬੁਲਾਇਆ, ਸ਼ਾਇਦ ਇਹਦੇ ਕੋਈ ਪੋਜ਼ੀਟਿਵ ਰਿਜ਼ਲਟ ਜਿਹੜੇ ਉਹ ਆਉਣਗੇ ਜੀ। ਮਗਰ ਜਿਸ ਵੇਲੇ ਉੱਥੇ ਗਏ ਤਾਂ ਐਗਰੀਕਲਚਰ ਸੈਕਟਰੀ ਜਿਹੜਾ ਉਹ ਇਹਨਾਂ ਦੇ ਨਾਲ ਮੀਟਿੰਗ ਕਰਨ ਵਾਸਤੇ ਉੱਥੇ ਬੈਠਾ ਸੀ ਤੇ ਜਿਹੜੇ ਇਹਨਾਂ ਨੇ 7 ਆਗੂ ਆਪਣੇ ਜਿਹੜੇ ਨੋਮੀਨੇਟ ਕੀਤੇ ਸੀ ਜਿਨ੍ਹਾਂ ਨੇ ਅਲੱਗ-ਅਲੱਗ ਵਿਸ਼ੇ ਦੇ ਉੱਤੇ ਬੋਲਣਾ ਸੀ ਜੀ।
ਤੇ ਉਹਨਾਂ ਨੇ ਬਾਰ-ਬਾਰ ਕਿਹਾ ਉਹਨਾਂ ਨੂੰ ਕਿ ਐਗਰੀਕਲਚਰ ਮਿਨਿਸਟਰ ਦੇ ਨਾਲ ਸਾਨੂੰ ਮੀਟਿੰਗ ਕਰਾਓ। ਜੇ ਐਗਰੀਕਲਚਰ ਕੈਬਨਿਟ ਮਿਨਿਸਟਰ ਹੈ ਨਹੀਂ ਤਾਂ ਫਿਰ ਸਟੇਟ ਐਗਰੀਕਲਚਰ ਮਿਨਿਸਟਰ ਦੇ ਨਾਲ, ਛੋਟੇ ਮੰਤਰੀ ਦੇ ਨਾਲ ਗੱਲ ਕਰਾ ਦਿਓ ਜੀ। ਤੇ ਉਹਨਾਂ ਨੇ ਇਸ ਗੱਲ ਤੋਂ ਆਨਾਕਾਨੀ ਕੀਤੀ ਕਿ ਅੱਜ ਮਿਨਿਸਟਰ ਸਾਹਿਬ ਆਊਟ ਆਫ ਸਟੇਸ਼ਨ ਆ, ਔਰ ਇਸ ਕਰਕੇ ਜਿਹੜੇ ਐਗਰੀਕਲਚਰ ਡਿਪਾਰਟਮੈਂਟ ਦੇ ਸੈਕਟਰੀ ਆ ਉਹ ਕਿਸਾਨਾਂ ਨਾਲ ਗੱਲ ਕਰਨਗੇ ਜੀ। ਤੇ ਕਿਸਾਨਾਂ ਨਾਲ ਉਹਨਾਂ ਨੇ ਗੱਲ ਕੀਤੀ ਤਾਂ ਜਿਸ ਵੇਲੇ ਉਹ ਕਿਸਾਨਾਂ ਨੇ ਆਪਣਾ ਪੱਖ ਉਹਨਾਂ ਦੇ ਮੂਹਰੇ ਰੱਖਿਆ ਤਾਂ ਉਹਨਾਂ ਨੇ ਆਪਣਾ ਜਿਹੜਾ ਤਾਨਾਸ਼ਾਹੀ ਰਵੱਈਆ ਕੇਂਦਰ ਸਰਕਾਰ ਦਾ, ਉਹ ਸੈਕਟਰੀ ਨੇ ਉਹ ਤਾਨਾਸ਼ਾਹੀ ਰਵੱਈਆ ਜਿਹੜਾ ਉਹ ਆਪਣਾ ਅਖਤਿਆਰ ਕੀਤਾ ਜੀ। ਤਾਂ ਇਸ ਕਰਕੇ ਕਿਸਾਨਾਂ ਦੇ ਅੰਦਰ ਫਿਰ ਰੋਸ ਜਾਗ ਪਿਆ ਔਰ ਕਿਸਾਨਾਂ ਨੇ ਉਸ ਮੀਟਿੰਗ ਦਾ ਬਾਈਕਾਟ ਕੀਤਾ। ਬਾਈਕਾਟ ਕਰਕੇ ਉਹ ਬਾਹਰ ਆ ਗਏ। ਬਾਹਰ ਆ ਕੇ ਉਹਨਾਂ ਨੇ ਆਪਣੀ ਨਾਅਰੇਬਾਜ਼ੀ ਕੀਤੀ ਕੇਂਦਰ ਸਰਕਾਰ ਦੇ ਖਿਲਾਫ, ਔਰ ਉਸ ਤੋਂ ਬਾਅਦ ਉਹ ਕ੍ਰਿਸ਼ੀ ਭਵਨ ਆ ਗਏ ਨਵੀਂ ਦਿੱਲੀ। ਕ੍ਰਿਸ਼ੀ ਭਵਨ ਆ ਕੇ ਉਹਨਾਂ ਨੇ ਫਿਰ ਉੱਥੇ ਨਰਿੰਦਰ ਮੋਦੀ ਮੁਰਦਾਬਾਦ, ਕੇਂਦਰ ਸਰਕਾਰ ਮੁਰਦਾਬਾਦ ਦੇ ਨਾਅਰੇ ਵੀ ਲਾਏ, ਔਰ ਉਹਨਾਂ ਨੇ ਕੇਂਦਰ ਸਰਕਾਰ ਦਾ ਜਿੱਥੇ ਵਿਰੋਧ ਕੀਤਾ ਉੱਥੇ ਨਾਲ ਉਹਨਾਂ ਲੋਕਾਂ ਦਾ ਵੀ ਵਿਰੋਧ ਕੀਤਾ ਜਿਹੜੇ ਵਿੱਚ ਵਿਚੋਲੀਏ ਬਣਨਾ ਚਾਹੁੰਦੇ ਸੀ ਜੀ। ਕਿਉਂਕਿ ਕੇਂਦਰ ਸਰਕਾਰ ਜਿਹੜੀ ਆ ਉਹ ਕਿਸਾਨਾਂ ਦੇ ਲਈ ਵਚਨਬੱਧ ਨਹੀਂ। ਉਹ ਜਿੰਨੀ ਵਚਨਬੱਧ ਉਹ ਅੰਬਾਨੀਆਂ ਲਈ, ਬਿਰਲੇ ਲਈ, ਟਾਟਿਆਂ ਲਈ, ਅਡਾਨੀਆਂ ਲਈ, ਉਹਨਾਂ ਲਈ ਵਚਨਬੱਧ ਆ। ਕਿਉਂਕਿ ਕਿਸਾਨੀ ਦਾ ਜਿਹੜਾ ਇਹ ਐਗਰੀਕਲਚਰ ਸੈਕਟਰ ਆ, ਇਹਦਾ ਰੈਵਨਿਊ ਬਹੁਤ ਵੱਡਾ, ਇੰਡੀਆ ਵਿੱਚ ਸਭ ਤੋਂ ਵੱਡਾ ਅਗਰ ਰੈਵਨਿਊ ਆ ਉਹ ਐਗਰੀਕਲਚਰ ਰੈਵਨਿਊ। ਇਸੇ ਕਰਕੇ ਜਿਹੜੇ ਟੌਪ ਮੋਸਟ ਜਿਹੜੇ ਘਰਾਣੇ ਆ ਇਸ ਦੇਸ਼ ਦੇ ਅੰਦਰ, ਔਰ ਉਹ ਸਾਰੇ ਇਕੱਠੇ ਹੋ ਕੇ ਉਹਨਾਂ ਨੇ ਐਗਰੀਕਲਚਰ ਨੂੰ ਆਪਣੇ ਇਨ ਹੈਂਡ ਕਰਨ ਦੀ ਕੋਸ਼ਿਸ਼ ਕੀਤੀ, ਔਰ ਕੇਂਦਰ ਸਰਕਾਰ ਉਹਨਾਂ ਦੇ ਨਾਲ ਆ। ਔਰ ਇਹੀ ਕਾਰਨ ਆ ਕਿ ਅੱਜ ਕਿਸਾਨਾਂ ਦੇ ਅੰਦਰ ਬਹੁਤ ਭਾਰੀ ਰੋਸ ਆ। ਤੁਹਾਨੂੰ ਕੀ ਲੱਗਦਾ ਕਿ ਲਗਾਤਾਰ ਬਹੁਤ ਲੰਮਾ ਸਮਾਂ ਹੋ ਗਿਆ ਸੰਘਰਸ਼ ਚੱਲਦੇ ਨੂੰ, ਕਿਤੇ ਇਹ ਹੋਰ ਲੰਮਾ ਹੁੰਦਾ ਜਾਵੇ ਕਿਤੇ ਲੋਕ ਅੱਕ ਕੇ ਘਰਾਂ ਦੇ ਵਿੱਚ ਬੈਠ ਜਾਣ, ਇਸ ਆੜ ਦੇ ਵਿੱਚ ਤਾਂ ਨਹੀਂ ਹੈ ਸਰਕਾਰ? ਮੈਂ ਅੱਜ ਸਵੇਰ ਦਾ ਚੱਲਿਆ ਹੋਇਆ ਜੀ। ਅੱਜ ਹੁਣ ਵੀ ਆਪਾਂ ਔਨ ਦਾ ਰੋਡ ਗੱਲ ਕਰ ਰਹੇ ਹਾਂ। ਮੈਂ ਸਵੇਰ ਦਾ ਚੱਲਿਆ ਔਰ ਮੈਂ ਜਿੱਥੇ ਵੀ ਅੱਜ ਦੇਖਿਆ ਕਿਸਾਨਾਂ ਦੇ ਅੰਦਰ ਜਿਹੜਾ ਅੱਜ ਰੋਸ ਆ, ਉਹ ਰੋਸ ਹੁਣ ਆਰ ਪਾਰ ਦੀ ਲੜਾਈ ਲੜਨ ਦਾ ਹੈ ਜੀ। ਜੇ ਤੁਸੀਂ ਇਹ ਕਹਿ ਦਿਓ ਕਿ ਇਹ ਮਾਮਲਾ ਠੰਡਾ ਹੋ ਜਾਊਗਾ, ਸ਼ਾਂਤ ਹੋ ਜਾਊਗਾ, ਹੁਣ ਤੁਸੀਂ ਦੇਖੋ ਵੀ ਹਰਿਆਣੇ ਵਿੱਚ ਬੀਜੇਪੀ ਦੀ ਸਰਕਾਰ ਆ, ਮਨੋਹਰ ਲਾਲ ਖੱਟੜ ਜਿਹੜਾ ਉੱਥੇ ਦਾ ਉਹ ਮੁੱਖ ਮੰਤਰੀ ਆ, ਤੇ ਉੱਥੇ ਕਿਸਾਨ ਇਕੱਠੇ ਹੋ ਕੇ ਉਹਦੇ ਕੋਲ ਗਏ ਔਰ ਉਹਨਾਂ ਨੇ, ਕਿਸਾਨਾਂ ਨੇ ਕਿਹਾ ਕਿ ਅਸੀਂ ਤਾਂ ਮਰ ਜਾਵਾਂਗੇ, ਇਹ 3 ਆਰਡੀਨੈਂਸ ਬਿੱਲ ਅਗਰ ਵਾਪਸ ਨਹੀਂ ਹੁੰਦੇ ਤਾਂ ਸਾਡੇ ਬੱਚਿਆਂ ਦਾ ਭਵਿੱਖ ਖਤਮ ਹੋ ਜਾਊਗਾ, ਸਾਡੀ ਜ਼ਮੀਨਾਂ ਹਥਿਆਈਆਂ ਜਾਣਗੀਆਂ। ਤੇ ਮਨੋਹਰ ਲਾਲ ਖੱਟੜ ਨੂੰ ਜਦੋਂ ਉਹਨਾਂ ਨੇ ਲਾਸਟ ਵਿੱਚ ਕਿਹਾ ਕਿ ਅਸੀਂ ਮੁੱਖ ਮੰਤਰੀ ਸਾਹਿਬ ਮਰ ਜਾਵਾਂਗੇ, ਤਾਂ ਖੱਟੜ ਦਾ ਇਹ ਬਿਆਨ ਸੀ ਵੀ ਫਿਰ ਮੈਂ ਕੀ ਕਰ ਸਕਦਾ। ਇੱਥੇ ਪੰਜਾਬ ਦਾ ਜਿਹੜਾ ਮੁੱਖ ਮੰਤਰੀ ਹੈ ਇਹ ਘੁੱਗੂ ਆ, ਇਹ ਚੁੱਪ ਕਰਕੇ ਬੈਠਾ, ਨਾ ਕਿਸਾਨਾਂ ਦੇ ਹਿੱਤ ਵਿੱਚ ਆ, ਨਾ ਮੋਦੀ ਦੇ ਅਗੇਂਸਟ ਆ। ਨਹੀਂ, ਅਗਰ ਗੱਲ ਕਰੀਏ ਤਾਂ ਰਾਹੁਲ ਗਾਂਧੀ ਜੀ ਵੱਲੋਂ ਵੀ ਬਹੁਤ ਸਾਰੀਆਂ ਰੈਲੀਆਂ ਕੀਤੀਆਂ ਗਈਆਂ ਪੰਜਾਬ ਦੇ ਵਿੱਚ, ਔਰ ਅਕਾਲੀ ਜੋ ਪਾਰਟੀ ਉਹਦੇ ਵੱਲੋਂ ਵੀ ਬਹੁਤ ਸਾਰੀਆਂ ਰੈਲੀਆਂ ਕੀਤੀਆਂ ਗਈਆਂ। ਕੀ ਲੱਗਦਾ ਤੁਹਾਨੂੰ ਕਿਸਾਨ ਉਹਨਾਂ ਤੋਂ ਸੰਤੁਸ਼ਟ ਹੋ ਰਹੇ ਆ? ਜਿਹੜੀਆਂ ਰੈਲੀਆਂ ਕਰਨੀਆਂ, ਰੈਲੀਆਂ ਤਾਂ ਹਰ ਪੋਲੀਟੀਕਲ ਪਾਰਟੀ ਨੂੰ ਉਹਦਾ ਰਾਈਟ ਆ ਜੀ। ਉਹ ਰੈਲੀਆਂ ਇਸ ਕਰਕੇ ਕਰਦੇ ਆ ਵੀ ਅਸੀਂ ਆਪਣਾ ਇੱਕ ਰਾਜਨੀਤਿਕ ਮਾਈਲੇਜ ਲੈ ਸਕੀਏ ਔਰ ਲੋਕਾਂ ਨੂੰ ਨਾਲ ਜੋੜ ਸਕੀਏ, ਕਿਸਾਨਾਂ ਨੂੰ ਭਰਮਾ ਸਕੀਏ, ਤੇ ਅਗਲੀਆਂ ਸਰਕਾਰਾਂ ਜਿਹੜੀਆਂ ਅਸੀਂ ਦੁਬਾਰਾ ਫਿਰ ਗਠਨ ਕਰ ਸਕੀਏ। ਅਕਾਲੀ ਦਲ ਆਪਣੀ ਚਾਲ ਦੇ ਉੱਤੇ ਆ, BSP ਆਪਣੀ ਚਾਲ ਦੇ ਉੱਤੇ ਆ, BJP ਆਪਣੀ ਚਾਲ ਦੇ ਉੱਤੇ ਆ, ਹੋਰ ਰਾਜਨੀਤਿਕ ਪਾਰਟੀਆਂ ਉਹ ਆਪਣੀ ਚਾਲ ਦੇ ਉੱਤੇ ਆ। ਮਗਰ ਜਿਹੜਾ BJP ਜੋ ਕਰ ਰਹੀ ਆ, BJP ਜਿਹੜੀ ਆ, ਤੁਸੀਂ ਪਿਛਲੇ ਦਿਨਾਂ 'ਚ ਦੇਖਿਆ ਹੋਊਗਾ ਗਵਰਨਰ ਨੂੰ ਜਾ ਕੇ ਇਹਨਾਂ ਦੇ ਜਿਹੜੇ ਆਗੂ ਮਿਲੇ ਆ ਔਰ ਇਹਨਾਂ ਨੇ ਉਹਦੇ ਉੱਥੇ ਚਿੰਤਾ ਜ਼ਾਹਰ ਕੀਤੀ ਆ ਵੀ ਨੰਬਰ 1 ਦੇ ਉੱਤੇ ਕਿ ਸਾਨੂੰ ਸਿਕਿਉਰਿਟੀ ਪ੍ਰੋਵਾਈਡ ਕੀਤੀ ਜਾਵੇ। ਅੱਛਾ, ਕਿਉਂਕਿ ਸਿਕਿਉਰਿਟੀ ਤਾਂ ਉਹਨੂੰ ਹੀ ਚਾਹੀਦੀ ਜਿਹਨੇ ਬੰਦਿਆਂ ਵਾਲਾ ਕੋਈ ਕੰਮ ਹੀ ਨਹੀਂ ਕਰਨਾ। BJP ਦੇ ਜਿੰਨੇ ਲੀਡਰ ਆ ਕੋਈ ਬੰਦਿਆਂ ਵਾਲਾ ਕੰਮ ਤਾਂ ਕਰਦੇ ਨਹੀਂ। ਹੁਣ ਫਾਰ ਐਗਜ਼ਾਮਪਲ ਅੱਜ ਵਿਜੇ ਸਾਂਪਲਾ ਉਹ ਕਿਤੇ ਗਿਆ ਜਲਾਲਾਬਾਦ, ਉੱਥੇ ਇੱਕ ਦਲਿਤ ਪਰਿਵਾਰ ਦਾ ਬੱਚਾ ਸੀ, ਉਹਦੇ ਨਾਲ ਇਨਜਸਟਿਸ ਜਿਹੜਾ ਉਹਦੇ ਨਾਲ ਬਹੁਤ ਮਾੜਾ ਵਰਤਾਰਾ ਹੋਇਆ ਤੇ ਵਿਜੇ ਸਾਂਪਲੇ ਨੇ ਅੱਜ ਦਲਿਤ ਵਰਸਸ ਕਿਸਾਨ ਖੜਾ ਉੱਥੇ ਕਰਨ ਦੀ ਕੋਸ਼ਿਸ਼ ਕੀਤੀ। ਪੁਲਿਸ ਉਹਨੂੰ ਚੱਕ ਕੇ ਲੈ ਗਏ। ਮੈਂ ਤਾਂ ਇਹ ਕਹਿਣਾ ਕਿ BJP ਦੇ ਜਿਹੜੇ ਆਗੂ ਅਗਰ ਸੜਕਾਂ ਤੇ ਬੈਠੇ ਕਿਸਾਨਾਂ ਦੇ ਅੰਦੋਲਨ ਨੂੰ ਖਰਾਬ ਕਰਨਾ ਚਾਹੁੰਦੇ ਆ, ਜਿਹੜੇ ਉਹ
ਕਾਂਗਰਸ ਦਾ ਨਾਂ ਲੈ ਕੇ ਕਿਸਾਨ ਅੰਦੋਲਨ ਦਾ ਬੇੜਾਗਰ ਕਰਨਾ ਚਾਹੁੰਦੇ ਆ। ਇਹੋ ਜਿਹੇ ਲੀਡਰਾਂ ਨੂੰ ਕੈਪਟਨ ਅਮਰਿੰਦਰ ਸਿੰਘ ਨੂੰ ਇਹ ਡਿਸੀਜਨ ਲੈਣਾ ਚਾਹੀਦਾ। ਜਿੱਦਾਂ ਪ੍ਰਤਾਪ ਸਿੰਘ ਕੈਰੋਂ ਨੇ ਇੱਕ ਵਾਰ ਕੀ ਕੀਤਾ ਸੀ, ਪ੍ਰਤਾਪ ਸਿੰਘ ਕੈਰੋਂ ਮੁੱਖ ਮੰਤਰੀ ਪੰਜਾਬ ਸੀ ਤੇ ਪਟਵਾਰੀਆਂ ਨੇ ਸੰਘਰਸ਼ ਕੀਤਾ, ਉਹਨੇ ਬੱਸਾਂ ਦੇ ਵਿੱਚ ਪਟਵਾਰੀ ਭਰੇ, ਸਾਰੇ ਭਰ ਕੇ ਲਿਜਾ ਕੇ ਉਹ ਕਸ਼ਮੀਰ ਦੀਆਂ ਬਾਦੀਆਂ 'ਚ ਸੁੱਟਿਆ। ਉੱਥੋਂ ਜਦ ਵਾਪਸ ਆਇਆ ਅੱਜ ਤੱਕ ਕਦੇ ਵੀ ਪਟਵਾਰੀਆਂ ਨੇ ਸਟਰਾਈਕ ਨਹੀਂ ਕੀਤੀ। ਇੱਦਾਂ ਹੀ ਬੀਜੇਪੀ ਦੇ ਜਿਹੜੇ ਲੀਡਰ ਅੱਜ ਸੜਕਾਂ 'ਤੇ ਅੰਦੋਲਨ ਕਰਦੇ ਆ ਕਿਸਾਨਾਂ ਦੇ ਖਿਲਾਫ, ਉਹ ਨਾਂ ਲੈਂਦੇ ਕਾਂਗਰਸ ਦਾ, ਕੰਮ ਕਰਦੇ ਉਹ ਕਿਸਾਨਾਂ ਦੇ ਅਗੇਂਸਟ। ਤੇ ਜਦੋਂ ਉਹ ਇਦਾਂ ਦੇ ਕੰਮ ਕਰਦੇ ਤਾਂ ਮੈਂ ਤਾਂ ਇਹ ਕੈਪਟਨ ਅਮਰਿੰਦਰ ਸਿੰਘ ਨੂੰ ਕਹਿਣਾ ਬਈ ਮੁੱਖ ਮੰਤਰੀ ਦੀਆਂ ਪਾਵਰਾਂ ਨੂੰ ਯੂਜ਼ ਕਰ। ਇਹ ਜਿਹੜੇ ਬੀਜੇਪੀ ਦੇ ਜਿੰਨੇ ਵੀ ਇਹ ਤੁਰੇ ਫਿਰਦੇ ਆ ਨਾ ਮਾਹੌਲ ਨੂੰ ਖਰਾਬ ਕਰਨ ਲਈ, ਕਿਉਂਕਿ ਇਹਨਾਂ ਨੇ ਹੁਣ ਗਵਰਨਰ ਨੂੰ ਮਿਲ ਕੇ ਮੰਗ ਪੱਤਰ ਦਿੱਤਾ ਕਿ ਪੰਜਾਬ ਦੇ ਹਾਲਾਤ ਖਰਾਬ ਹੈ ਤੇ ਗਵਰਨਰੀ ਰਾਜ ਜਾਂ ਰਾਸ਼ਟਰਪਤੀ ਰਾਜ ਜਿਹੜਾ ਉਹ ਲਾਇਆ ਜਾਵੇ। ਜੇ ਉਹ ਅਗਰ ਉਹ ਰਾਜ ਲਾ ਜਾਂਦੇ ਫਿਰ ਕੈਪਟਨ ਅਮਰਿੰਦਰ ਸਿੰਘ ਦੇ ਪੱਲੇ ਕੀ ਆ, ਕੁਛ ਨਹੀਂ। ਇਸੇ ਕਰਕੇ ਨਾ ਕੈਪਟਨ ਨੂੰ ਵੀ ਸੋਚਣਾ ਚਾਹੀਦਾ ਵੀ ਜੇ ਮੇਰੀ ਸਰਕਾਰ ਸਿੱਟਣ ਦੇ ਅਗੇਂਸਟ ਜਾ ਰਹੇ ਤਾਂ ਫਿਰ ਇਹ ਕਿਉਂ ਨਹੀਂ ਫਿਰ ਉੱਠਦਾ। ਫਿਰ ਕੈਪਟਨ ਅਮਰਿੰਦਰ ਸਿੰਘ ਡਿਸੀਜਨ ਲਵੇ ਕਿ ਬੀਜੇਪੀ ਦੇ ਜਿਹੜੇ ਕਾਰਿਆਕਰਤਾ ਨੇ, ਲੀਡਰ ਨੇ ਜਾਂ ਐਕਸ ਮਿਨਿਸਟਰ ਨੇ, ਮੌਜੂਦਾ MLA ਨੇ, ਮਿਨਿਸਟਰ ਨੇ, ਕੋਈ ਵੀ ਆ, ਉਹਨਾਂ ਨੂੰ ਫਿਰ ਬੱਸ ਵਿੱਚ ਤੁੰਨੇ ਫਿਰ ਚੰਗੀ ਤਰ੍ਹਾਂ। ਇੱਕ ਤਾਂ ਬੱਸ 'ਚ ਛੈਂਟੀ ਲਾਵੇ ਇਹਨਾਂ ਦੀ, ਦੂਜਾ ਚੱਕ ਕੇ ਲਿਜਾ ਕੇ ਫਿਰ ਉਹ ਕਸ਼ਮੀਰ ਦੀਆਂ ਬਾਦੀਆਂ ਸੱਟਿਆ ਆਵੇ ਜਿੱਥੇ ਬਰਫ਼ ਹੋਵੇ ਤਾਂ ਉੱਥੇ ਇਹਨਾਂ ਦੀ ਕੁਲਫੀ ਜੰਮ ਜਾਣੀ। ਲੈ ਮੁੜ ਕੇ ਸਿਆਸਤ ਕਰ ਜਾਣਗੇ ਤਾਂ ਮੈਨੂੰ ਆ ਕੇ ਫੜ ਲਿਓ। ਅਗਰ ਆਪਾਂ ਦੇਖੀਏ ਰੋਡ ਦੇ ਉੱਤੇ ਬੀਜੇਪੀ ਵੱਲੋਂ ਰੈਲੀਆਂ ਕਰਕੇ ਬੀਜੇਪੀ ਵੱਲੋਂ ਵੀ ਬਹੁਤ ਸਾਰਾ ਭਰਮਾਇਆ ਜਾ ਰਿਹਾ ਕਿ ਕਿਸਾਨਾਂ ਦੇ ਹੱਕ ਦੇ ਲਈ ਹੈ ਇਹ ਬਿੱਲ। ਔਰ ਅੱਜ ਕਿਸਾਨਾਂ ਦੇ ਹੱਕ ਦੇ ਵਿੱਚ ਅਗਰ ਗੱਲ ਕਰੀਏ, ਬਹੁਤ ਸਾਰਾ ਯੂਥ, ਈਵਨ ਜਿੰਨੇ ਵੀ ਪੰਜਾਬੀ ਸਿੰਗਰ ਆ ਉਹ ਵੀ ਅੱਜ ਸੜਕਾਂ ਦੇ ਉੱਤੇ ਉਤਰੇ ਹੋਏ ਆ, ਅੱਜ ਪ੍ਰਦਰਸ਼ਨਾਂ ਦੇ ਵਿੱਚ ਪਹੁੰਚ ਰਹੇ ਆ। ਕਿਉਂਕਿ ਜਿਹੜੀ ਜੇ ਪੰਜਾਬ ਦੀ ਗੱਲ ਕਰੀਏ, ਪੰਜਾਬ ਇੱਕ ਕਿਸਾਨ ਜਿਹੜੀ ਗੱਲ ਆ, ਪੰਜਾਬ ਔਰ ਕਿਸਾਨ ਬਹੁਤ ਇੱਕ ਜੁੜਿਆ ਹੋਇਆ ਵਰਡ ਆ। ਪੰਜਾਬ ਜਿਹੜਾ ਕਿਸਾਨਾਂ ਦੇ ਉੱਤੇ ਨਿਰਭਰ ਆ ਔਰ ਕਿਸਾਨ ਨੂੰ ਅਸੀਂ ਅੰਨਦਾਤਾ ਵੀ ਕਹਿੰਦੇ ਆ। ਅੱਜ ਉਹੀ ਕਿਸਾਨ ਰੋਡ ਦੇ ਉੱਤੇ ਆ, ਉਹੀ ਕਿਸਾਨ ਖੁਦਕੁਸ਼ੀਆਂ ਕਰ ਰਹੇ ਆ। ਸਰਕਾਰ ਇਸ ਬਿੱਲ ਨੂੰ ਸੋਧ ਕਰਨ ਦੀ ਬਜਾਏ ਜਾਂ ਇਸ ਵਿੱਚ ਅਮੈਂਡਮੈਂਟ ਕਰਨ ਦੀ ਬਜਾਏ ਕਿਉਂ ਨਹੀਂ ਹੋ ਰਿਹਾ ਇਹ, ਕਿਉਂ ਕਿਸਾਨਾਂ ਨੂੰ ਭਰਮਾਇਆ ਹੀ ਕਿਉਂ ਜਾ ਰਿਹਾ ਵਾਰ-ਵਾਰ? ਪੰਜਾਬ ਇੱਕ ਐਸਾ ਸੂਬਾ ਜਿੱਥੇ ਕਿਸਾਨ ਔਰ ਮਜ਼ਦੂਰ ਦੀ ਬੜਾ ਗੂੜਾ ਰਿਸ਼ਤਾ ਹੈ। ਕਿਸਾਨ ਔਰ ਮਜ਼ਦੂਰ ਦੀ ਏਕਤਾ ਦਾ ਪ੍ਰਤੀਕ ਹੀ ਇਸੇ ਕਰਕੇ ਇਹਨੂੰ ਪੰਜ ਆਬ ਕਹਿੰਦੇ, ਜਾਣੀ 5 ਦਰਿਆਵਾਂ ਦੀ ਧਰਤੀ। 2 ਦਰਿਆ ਸਾਡੇ ਪਾਕਿਸਤਾਨ ਚਲੇ ਗਏ, 3 ਦਰਿਆ ਸਾਡੇ ਕੋਲ ਆ। ਲਹਿੰਦਾ ਪੰਜਾਬ ਪਾਕਿਸਤਾਨ 'ਚ ਚਲੇ ਗਿਆ, ਚੜ੍ਹਦਾ ਪੰਜਾਬ ਇੰਡੀਆ 'ਚ ਆ ਗਿਆ। ਤੇ ਇਹਦੇ ਵਿੱਚੋਂ ਜਿਹੜਾ ਸਾਡਾ ਇੱਥੇ ਪੰਜਾਬ ਦਾ, ਇਹ ਭਾਰਤ ਦਾ ਪੰਜਾਬ ਸੀ, ਇਹਦੇ ਵਿੱਚੋਂ 2 ਟੋਟੇ ਅਲੱਗ ਕਰਤੇ, ਇੱਕ ਹਰਿਆਣਾ ਤੇ ਦੂਆ ਹਿਮਾਚਲ। ਤੇ ਹੁਣ ਪੰਜਾਬ ਛੋਟਾ ਰਹਿ ਗਿਆ। ਹੁਣ ਪੰਜਾਬ ਜਿਹੜਾ ਇਹ ਭਾਵੇਂ ਛੋਟਾ ਰਹਿ ਗਿਆ ਮਗਰ ਦੇਸ਼ ਦੇ ਅੰਦਰ ਇਹ 90% ਜਿਹੜਾ ਖੇਤੀਬਾੜੀ ਦਾ ਕਾਰੋਬਾਰ ਆ ਉਹ ਪੰਜਾਬ ਦੇ ਵਿੱਚ ਆ। ਔਰ ਪੰਜਾਬ ਦਾ ਕਿਸਾਨ ਜਿਹੜੀ ਉਪਜ ਪੈਦਾ ਕਰਦਾ, ਚਾਹੇ ਉਹ ਕਣਕ ਆ, ਝੋਨਾ ਆ, ਦਾਲਾਂ ਆ, ਸਬਜ਼ੀਆਂ, ਉਹ ਪੂਰੇ ਦੇਸ਼ ਦੇ ਅੰਦਰ ਔਰ ਵਿਦੇਸ਼ਾਂ ਦੇ ਅੰਦਰ ਇੱਥੋਂ ਐਕਸਪੋਰਟ ਵੀ ਹੁੰਦਾ। ਇਹ ਸਾਰਾ ਕੁਝ ਅੰਨ ਭੰਡਾਰ ਪੈਦਾ ਕਰਕੇ ਇਹ ਲੋਕਾਂ ਨੂੰ ਉਹ ਖਿਲਾਉਂਦਾ ਆ, ਲੋਕਾਂ ਦੇ ਪੇਟ ਦੀ ਅੱਗ ਨੂੰ ਸ਼ਾਂਤ ਕਰਦਾ। ਇਸ ਕਰਕੇ ਜਿਹੜਾ ਇਹ ਪੰਜਾਬ ਦਾ ਕਿਸਾਨ ਔਰ ਮਜ਼ਦੂਰ ਆ, ਇਹ ਨਾ ਤਾਂ ਰਿਸ਼ਤਾ ਟੁੱਟ ਸਕਦਾ, ਨਾ ਹੀ ਇਹਨੂੰ ਕੋਈ ਤੋੜਨ ਦਾ ਯਤਨ ਕਰ ਸਕਦਾ। ਇਹ ਰਿਸ਼ਤਾ ਦੋਨਾਂ, ਕਿਉਂਕਿ ਹੁਣ ਇਕੱਲਾ ਕਿਸਾਨ ਵੀ ਕੁਝ ਨਹੀਂ ਕਰ ਸਕਦਾ। ਜੇ ਖੇਤ ਮਜ਼ਦੂਰ ਖੇਤ ਮਜ਼ਦੂਰੀ ਕਰਦਾ ਤੇ ਕਿਸਾਨ ਜਿਹੜਾ ਆਪਣਾ ਜਿਹੜਾ ਉਹਦੇ ਨਾਲ ਰਲ ਕੇ ਦੋਨੇ ਇਕੱਠੇ ਹੋ ਕੇ ਕੰਮ ਕਰਦੇ ਆ। ਹੁਣ ਕੇਂਦਰ ਸਰਕਾਰ ਇਹ ਚਾਹੁੰਦੀ ਆ ਕਿ ਕਿਸਾਨ ਔਰ ਮਜ਼ਦੂਰ ਦਾ ਜਿਹੜਾ ਰਿਸ਼ਤਾ ਆ ਉਹਨੂੰ ਉਹ ਖਤਮ ਕਰਨਾ ਚਾਹੁੰਦੀ। ਉਹ ਅਗਰ ਉਹ ਕਿਸਾਨ ਤੇ ਮਜ਼ਦੂਰ ਦੇ ਰਿਸ਼ਤੇ ਨੂੰ ਖਤਮ ਕਰਦੇ ਆ ਤਾਂ ਉਹਨਾਂ ਨੇ ਹੁਣ ਜਿੱਦਾਂ ਪ੍ਰਾਈਵੇਟਾਈਜੇਸ਼ਨ ਸਾਰੇ ਸੈਕਟਰਾਂ ਦਾ ਹੋ ਗਿਆ, BSNL ਦਾ ਹੋ ਗਿਆ, MTNL ਦਾ ਹੋ ਗਿਆ, ਇੰਡੀਅਨ ਰੇਲਵੇ ਦਾ ਹੋ ਗਿਆ, ਜਾਂ ਹੋਰ ਜਿੰਨੀਆਂ ਵੀ ਇੰਡਸਟਰੀਆਂ ਭਾਰਤ ਸਰਕਾਰ ਨੇ ਦੇਸ਼ ਦੀ ਆਜ਼ਾਦੀ ਤੋਂ ਲੈ ਕੇ ਹੁਣ ਤੱਕ ਲਾਈਆਂ, ਉਹ ਸਾਰੀਆਂ ਪ੍ਰਾਈਵੇਟਾਈਜ਼ ਕਰਤੀਆਂ। ਇੱਕ ਤੀਰ ਨਾਲ 2 ਨਿਸ਼ਾਨੇ ਹੋ ਗਏ। ਇੱਕ ਤਾਂ ਪ੍ਰਾਈਵੇਟਾਈਜ਼ ਹੋ ਗਿਆ, ਇੱਕ ਰਿਜ਼ਰਵੇਸ਼ਨ ਖਤਮ ਕਰਤੀ ਉਹਨਾਂ ਨੇ, ਜਿਹੜੀ ਬਾਬਾ ਸਾਹਿਬ ਡਾਕਟਰ ਅੰਬੇਦਕਰ ਨੇ ਦਲਿਤਾਂ ਨੂੰ ਔਰ ਪਿਛੜਿਆਂ ਨੂੰ ਦਿੱਤੀ ਸੀ, ਉਹ ਰਿਜ਼ਰਵੇਸ਼ਨ ਖਤਮ ਹੋ ਗਈ। ਫਿਰ ਉਹਨਾਂ ਨੇ ਜਿੰਨੇ ਬੰਦੇ ਕੰਮ ਕਰਦੇ ਸੀ ਉਹ ਬੇਰੁਜ਼ਗਾਰ ਕਰਤੇ। ਹੁਣ ਉਹੀ ਚੀਜ਼ ਜਿਹੜੀ ਆ ਉਹ ਕਿਸਾਨਾਂ 'ਤੇ ਥੋਪਣਾ ਚਾਹੁੰਦੇ। ਹੁਣ ਪੰਜਾਬ ਦਾ ਕਿਸਾਨ ਬੜਾ ਐਕਟਿਵ ਕਿਸਾਨ ਹੈ। ਹੁਣ ਜੇ ਜਿਹੜਾ 3 ਆਰਡੀਨੈਂਸ ਬਿੱਲ ਆ
ਤੁਸੀਂ ਇਹਨਾਂ ਨੂੰ ਕਿਤੇ ਪੜ੍ਹ ਕੇ ਦੇਖੋ। ਇਹਦੇ ਵਿੱਚ ਇਹ ਆ ਬਈ ਜਿਹੜਾ ਬੰਦਾ ਦਿੱਲੀ ਜਾਂ ਉੱਥੇ ਬੰਬੇ ਬੈਠਾ, ਉਹ ਅਗਰ ਲੋਨ ਚਾਹੇਗਾ ਤਾਂ ਕਿਸਾਨ ਦੀ ਜ਼ਮੀਨ 'ਤੇ ਉਹ ਲੋਨ ਲੈ ਸਕਦਾ। ਅਗਰ ਕਿਸਾਨ ਉਹ ਲੋਨ ਨਹੀਂ ਲੈਂਦਾ ਤੇ ਕਿਸਾਨ ਦੀ ਜ਼ਮੀਨ ਜਿਹੜੀ ਆ ਉਹ ਐਕਵਾਇਰ ਕਰ ਸਕਦੇ ਆ। ਕਿਸਾਨ ਆਪਣੀ ਸ਼ਿਕਾਇਤ ਲੈ ਕੇ ਨਾ SDM ਕੋ ਜਾ ਸਕਦਾ, ਨਾ DC ਕੋ ਜਾ ਸਕਦਾ। ਇਹ ਹਾਲਾਤ ਅੱਜ ਪੰਜਾਬ ਦੇ ਕਿਸਾਨ ਦੇ ਕਰਤੇ ਆ, ਔਰ ਕਿਸਾਨ ਪਹਿਲੇ ਆਲਰੇਡੀ ਇਹ ਸਮਝ ਕੇ ਬੈਠਾ ਕਿ ਮਰੇ ਤਾਂ ਅਸੀਂ ਹੈਗੇ ਹੀ ਆ, ਸਾਨੂੰ ਤਾਂ ਮਾਰ ਹੀ ਦਿੱਤਾ, ਸਾਡੇ ਬੱਚੇ ਰੋਲ ਸਿੱਟੇ, ਔਰ ਮਰਿਆ ਕੀ ਨਹੀਂ ਕਰਦਾ। ਇਸੇ ਕਰਕੇ ਕਿਸਾਨ ਕਹਿੰਦੇ ਆ ਵੀ ਆਰ ਪਾਰ ਦੀ ਜੰਗ ਲੜਨੀ ਆ, ਚਾਹੇ ਮੋਦੀ ਹੋਵੇ, ਚਾਹੇ ਮੋਦੀ ਦਾ ਪੇ ਹੋਵੇ, ਚਾਹੇ ਕੋਈ ਮੰਤਰੀ ਮਿਨਿਸਟਰ ਹੋਵੇ, ਜਿਹੜਾ ਵੀ ਹੋਊਗਾ ਉਹਨੂੰ ਠੋਕਾਂਗੇ ਅਸੀਂ। ਹੁਣ ਕਿਸਾਨ ਇਸ ਵੇਲੇ ਉਹ ਕਹਿੰਦੇ ਅਸੀਂ ਕਿਸੇ ਹੱਦ ਤੱਕ ਵੀ ਜਾ ਸਕਦੇ ਹਾਂ, ਆਰ ਪਾਰ ਦੀ ਲੜਾਈ ਲੜ ਸਕਦੇ ਹਾਂ, ਪਰ ਅਸੀਂ ਆਪਣੇ ਫੈਸਲੇ ਜੋ ਅਸੀਂ ਐਲਾਨ ਕਰ ਦਿੱਤਾ ਉਹ ਤੋਂ ਪਿੱਛੇ ਨਹੀਂ ਹਟਣਾ। ਹੁਣ ਸਿਰਫ ਅੱਜ ਮੈਂ ਜਿੰਨੇ ਕਿਸਾਨਾਂ ਨਾਲ ਗੱਲ ਕੀਤੀ ਆ, ਉਹ ਇਹ ਕਹਿ ਰਹੇ ਆ ਕਿ ਅਸੀਂ ਹੁਣ ਅੱਜ ਇਹ ਕੋਸ਼ਿਸ਼ ਕਰ ਰਹੇ ਹਾਂ ਬਈ ਸਾਡੀਆਂ ਕਿਸਾਨ ਜਥੇਬੰਦੀਆਂ ਕੀ ਡਿਸੀਜਨ ਲੈਂਦੀਆਂ, ਜੋ ਉਹ ਡਿਸੀਜਨ ਲੈਣਗੀਆਂ ਉਹਦੇ ਉੱਪਰ ਅਸੀਂ ਆਪਣਾ ਜਿਹੜਾ ਫੈਸਲਾ ਉਹਨਾਂ ਦਾ ਐਕਸੈਪਟ ਕਰਕੇ ਉੱਦਾਂ ਦੀ ਰਣਨੀਤੀ ਬਣਾ ਕੇ ਅਗਲਾ ਅੰਦੋਲਨ ਉਹਦੇ ਮੁਤਾਬਕ ਅਸੀਂ ਤੇਜ਼ ਕਰਾਂਗੇ। ਸੋ ਮੈਂ ਤਾਂ ਇਹ ਕਹੂੰਗਾ ਸਾਰੀਆਂ ਰਾਜਨੀਤਿਕ ਪਾਰਟੀਆਂ ਨੂੰ, ਕਾਂਗਰਸ ਨੂੰ ਵੀ, ਅਕਾਲੀ ਦਲ ਨੂੰ ਵੀ, BJP ਨੂੰ ਵੀ, BSP ਨੂੰ ਵੀ, ਤੇ CPI CPM ਨੂੰ ਵੀ, ਹੋਰ ਵੀ ਜਿੰਨੇ ਟੁੱਟੇ ਭੱਜੇ ਦਲ ਤੁਰੇ ਫਿਰਦੇ ਆ ਲੀਡਰ, ਇਹਨਾਂ ਸਾਰਿਆਂ ਨੂੰ ਬੇਨਤੀ ਕਰੂੰਗਾ ਵੀ ਜੇ ਕਿਸਾਨ ਮਰ ਗਿਆ ਜੀ, ਜੇ ਮੰਨ ਲਓ ਫਾਰ ਐਗਜ਼ਾਮਪਲ ਕੇਂਦਰ ਸਰਕਾਰ ਦੀਆਂ ਪਾਲਿਸੀਆਂ ਦੇ ਤਹਿਤ ਕਿਸਾਨ ਮਰ ਗਿਆ, ਤਾਂ ਫਿਰ ਤੁਸੀਂ ਰੋਟੀ ਕਿੱਥੋਂ ਖਾਓਗੇ? ਮਸਲਾ ਅੱਜ ਰੋਟੀ ਦਾ ਜੀ। ਬਿਲਕੁਲ, ਜੇ ਕਿਸਾਨ ਅੰਨ ਨਹੀਂ ਉਗਾਊਗਾ ਤਾਂ ਤੁਹਾਨੂੰ ਰੋਟੀ ਨਹੀਂ ਮਿਲਣੀ। ਇਸ ਕਰਕੇ ਆਪਣੀਆਂ ਰਾਜਨੀਤਿਕ ਪਾਰਟੀਆਂ ਤੋਂ ਉੱਪਰ ਉੱਠੋ। ਸੁਖਬੀਰ ਬਾਦਲ ਨੂੰ ਵੀ ਕਹਿਣਾ, ਕੈਪਟਨ ਅਮਰਿੰਦਰ ਸਿੰਘ ਨੂੰ ਵੀ ਕਹਿਣਾ, CPI CPM ਔਰ ਭੈਣ ਕੁਮਾਰੀ ਮਾਇਆਵਤੀ ਜੀ ਨੂੰ ਵੀ ਕਹਿਣਾ ਕਿ ਇਹ ਜਿਹੜਾ ਕਿਸਾਨ ਅੰਦੋਲਨ ਆ, ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਇਹਨਾਂ ਦਾ ਸਾਥ ਦਈਏ, ਤਾਂ ਜੋ ਕਿ ਇਹ ਜਿਹੜੀ ਸਾਨੂੰ ਖਾਣ ਲਈ ਇਹਨਾਂ ਨੇ ਭੋਜਨ ਦੇਣਾ, ਜਿਹਨੂੰ ਅਸੀਂ ਮੱਥਾ ਟੇਕਦੇ ਹਾਂ, ਜਿਹਨੂੰ ਅਸੀਂ ਆਪਣੀ ਸੱਭਿਆਚਾਰਕ ਸੰਸਕ੍ਰਿਤੀ ਦੇ ਵਿੱਚ ਅਸੀਂ ਇਹਨੂੰ ਅੰਨ ਦੇਵਤਾ ਕਹਿੰਦੇ ਹਾਂ, ਉਸ ਅੰਨ ਦੇਵਤਾ ਨੂੰ ਜਿਹਨੂੰ ਅਸੀਂ ਮੱਥਾ ਟੇਕ ਕੇ ਅਸੀਂ ਭੋਜਨ ਛਕਦੇ ਹਾਂ, ਜੇ ਕਿਸਾਨ ਹੀ ਮਰ ਗਿਆ ਤਾਂ ਸਾਨੂੰ ਫਿਰ ਉਹ ਅੰਨ ਦੇਵਤਾ ਜਿਹੜਾ ਅੰਨ ਆ ਉਹ ਸਾਨੂੰ ਮਿਲਣਾ ਨਹੀਂ। ਅਤੇ ਜਦੋਂ ਅੰਨ ਨਾ ਪੈਦਾ ਹੋਇਆ, ਅੰਨ ਨਾ ਮਿਲਿਆ, ਫਿਰ ਆਪਣੇ ਆਪ ਹੀ ਭੁੱਖ ਮਰੀ ਫੈਲ ਜਾਣੀ ਹੈ, ਅਕਾਲ ਪੈ ਜਾਣਾ, ਲੋਕ ਫਿਰ ਚੋਰੀਆਂ ਡਕੈਤੀਆਂ ਕਰਨਗੇ, ਭੁੱਖੇ ਮਰਨਗੇ। ਹੁਣ ਜਿੱਦਾਂ ਬਾਹਰਲੇ ਇੱਕ ਕੰਟਰੀ ਮੈਂ ਦੇਖਿਆ ਸੀ, ਉੱਥੇ ਮਿੱਟੀ ਦੀਆਂ ਰੋਟੀਆਂ ਖਾਂਦੇ ਸੀ, ਉਹ ਹੈਗਾ ਸੀ ਨੀਗਰੋਜ਼ ਦਾ, ਉਹ ਸੀਗਾ ਛੋਟੀ ਜਿਹੀ ਕੰਟਰੀ, ਮੇਰੇ ਦਿਮਾਗ 'ਚ ਹੁਣ ਨਾਂ ਭੁੱਲ ਗਿਆ। ਅਤੇ ਉਹ ਉੱਥੇ ਬੱਚੇ ਜਿਹੜੇ ਆ ਉਹ ਆਟੇ ਮਿੱਟੀ ਦੀਆਂ ਰੋਟੀਆਂ ਬਣਾ ਕੇ ਤਾਂ ਉਹਨੂੰ ਉਹ ਖਾਂਦੇ, ਇੱਦਾਂ ਦੇ ਪਤਲੇ ਪਤਲੇ ਜਿਹੇ ਹੱਡੀਆਂ ਦੀਦੀਆਂ ਸੀ। ਉਹ ਹਾਲ ਸਾਡੇ ਲੋਕਾਂ ਦਾ ਪੰਜਾਬ ਔਰ ਦੇਸ਼ ਦੇ ਵਿੱਚ ਹੋ ਜਾਣਾ, ਔਰ BJP ਉਹ ਕਰਨਾ ਚਾਹੁੰਦੀ ਹੈ। ਗੁਰਾਇਆ ਸਾਹਿਬ, ਅਗਰ ਗੱਲ ਕਰੀਏ ਪੰਜਾਬ ਦੇ ਜੋ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆ, ਉਹਨਾਂ ਵੱਲੋਂ ਕਿਸਾਨਾਂ ਦੇ ਮੁੱਦੇ ਲਾ ਲਈਏ ਜਾਂ ਦਲਿਤਾਂ ਦੇ ਮੁੱਦੇ ਲਾ ਲਈਏ, ਦੇਖਣ ਨੂੰ ਮਿਲ ਰਿਹਾ ਕਿ ਲਗਾਤਾਰ ਦਲਿਤ ਬੱਚੀਆਂ ਦੇ ਨਾਲ ਜਾਂ ਬੱਚਿਆਂ ਦੇ ਨਾਲ ਵੀ ਬਹੁਤ ਬੁਰਾ ਵਿਵਹਾਰ ਹੋ ਰਿਹਾ। ਹੁਣ ਕਲੀਨ ਚਿੱਟ ਦੇ ਦਿੱਤੀ ਗਈ ਸਾਧੂ ਸਿੰਘ ਧਰਮਸੋਤ ਨੂੰ ਸਕਾਲਰਸ਼ਿਪ ਦੇ ਮਾਮਲੇ ਦੇ ਵਿੱਚ। ਕਿਉਂ ਨਹੀਂ ਗੱਲ ਤਾਂ ਸਵਾਲ ਇੱਕ ਇਹ ਆ ਕਿ CM ਸਾਹਿਬ ਵੱਲੋਂ ਕਿਉਂ ਨਹੀਂ ਕੜੇ ਐਕਸ਼ਨ ਕਿਉਂ ਨਹੀਂ ਲਏ ਜਾ ਰਹੇ? ਕੈਪਟਨ ਅਮਰਿੰਦਰ ਸਿੰਘ ਮਹਾਰਾਜਿਆਂ ਦੀ ਔਲਾਦ ਆ ਜੀ। ਮਹਾਰਾਜਾ ਭੁਪਿੰਦਰ ਸਿੰਘ, ਯਾਦਵਿੰਦਰ ਸਿੰਘ, ਇਹ ਉਹਨਾਂ ਦੇ ਵੰਸ਼ ਵਿੱਚੋਂ ਆ, ਉਹਨਾਂ ਦਾ ਮੁੰਡਾ। ਕੈਪਟਨ ਅਮਰਿੰਦਰ ਸਿੰਘ ਜੋ ਕਿਉਂਕਿ ਰਾਜ ਘਰਾਣੇ ਨੂੰ ਬਿਲੋਂਗ ਕਰਦਾ, ਉੱਪਰ ਵੀ ਜਿਹੜੇ ਰਾਜੇ ਬੈਠੇ ਆ ਉਹਨਾਂ ਰਾਜਿਆਂ ਦੇ ਨਾਲ ਹੱਥ ਮਿਲਾ ਕੇ ਚੱਲ ਰਿਹਾ ਜੀ। ਕਿ ਜਦੋਂ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਤੁਹਾਨੂੰ ਪਤਾ ਹੋਊਗਾ, ਜਦੋਂ ਇੱਥੇ ਰਿਆਸਤਾਂ ਦਾ ਰਾਜ ਸੀ ਤਾਂ ਕੈਪਟਨ ਅਮਰਿੰਦਰ ਸਿੰਘ ਦੇ ਪੂਰਵਜਾਂ ਦਾ ਵੀ ਰਾਜ ਸੀ, ਮਜੀਠੀਆ ਪਰਿਵਾਰ ਦਾ ਵੀ ਰਾਜ ਸੀ, ਅਤੇ ਉਹਨਾਂ ਦੇ ਸ਼ਾਸਨ ਕਾਲ ਦੇ ਵਿੱਚ ਉਹਨਾਂ ਨੇ ਉਹਨਾਂ ਲੋਕਾਂ ਦੀ ਆਵਾਜ਼ ਨਹੀਂ ਉਠਾਈ ਜਿਹੜੇ ਲੋੜਵੰਦ ਸੀ, ਜਿਨ੍ਹਾਂ 'ਤੇ ਗੋਲੀਆਂ ਚੱਲੀਆਂ। ਸਗੋਂ ਜਿਨ੍ਹਾਂ ਨੇ ਗੋਲੀਆਂ ਚਲਾਈਆਂ ਉਹਨਾਂ ਨੂੰ ਜਨਰਲ ਡਾਇਰ ਵਰਗਿਆਂ ਨੂੰ ਮਜੀਠਾ ਫੈਮਿਲੀ ਨੇ ਘਰ ਬਿਠਾ ਕੇ ਲੰਗਰ ਵੀ ਛਕਾਏ, ਔਰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਉਹਨਾਂ ਨੂੰ ਸਰੋਪੇ ਵੀ ਦਬਾਏ। ਹੁਣ ਅੱਜ ਦੀ ਡੇਟ ਵਿੱਚ ਕੈਪਟਨ ਅਮਰਿੰਦਰ ਸਿੰਘ ਵੀ ਉਹੀ ਕਰ ਰਿਹਾ। ਉਹਨੂੰ ਗਰੀਬਾਂ ਨਾਲ ਕੋਈ ਮਤਲਬ ਨਹੀਂ, ਕਿਸਾਨਾਂ ਨਾਲ ਕੋਈ ਮਤਲਬ ਨਹੀਂ। ਅਗਰ ਕੈਪਟਨ ਅਮਰਿੰਦਰ ਸਿੰਘ ਇਹ ਇਮਾਨਦਾਰੀ ਨਾਲ ਕੰਮ ਕਰਦਾ ਤਾਂ ਵਿਧਾਨ ਸਭਾ ਦਾ ਸੈਸ਼ਨ ਬੁਲਾਉਂਦਾ, ਸੈਸ਼ਨ ਬੁਲਾ ਕੇ ਕਿਸਾਨਾਂ ਦੇ ਮਤੇ ਨੂੰ ਲਿਆ ਕੇ ਕੇਂਦਰ ਸਰਕਾਰ ਵੱਲੋਂ ਜੋ ਆਰਡੀਨੈਂਸ ਬਿੱਲ ਪਾਸ ਕੀਤੇ 3 ਉਹਨਾਂ ਨੂੰ ਮੁੱਢ ਤੋਂ ਰਿਜੈਕਟ ਕਰਦਾ। ਇਹ ਕੈਪਟਨ ਅਮਰਿੰਦਰ ਸਿੰਘ ਦੇ ਕੋਲ ਪਾਵਰ ਹੈ, ਉਹ ਕਰ ਸਕਦਾ ਹੈ।
ਮੁੱਢ ਤੋਂ ਰਿਜੈਕਟ ਕਰਦਾ। ਆਲ ਪਾਰਟੀ ਮੀਟਿੰਗ ਬੁਲਾਉਂਦਾ, ਸਾਰੀਆਂ ਪਾਰਟੀਆਂ ਦੇ ਲੀਡਰਾਂ ਨੂੰ ਇਕੱਠੇ ਕਰਦਾ, ਉਹਨਾਂ ਨੂੰ ਰਿਕੁਐਸਟ ਕਰਦਾ ਕਿ ਆਪਾਂ ਕਿਸਾਨਾਂ ਦੇ ਮੁੱਦੇ ਨੂੰ ਲੈ ਕੇ ਆਪਾਂ ਨਰਿੰਦਰ ਮੋਦੀ ਜਾਂ ਪਾਰਲੀਮੈਂਟ ਹਾਊਸ ਦੇ ਸਾਹਮਣੇ ਆਪਾਂ ਉੱਥੇ ਭੁੱਖ ਹੜਤਾਲ 'ਤੇ ਬੈਠਣਾ। ਅਗਰ ਕੈਪਟਨ ਅਮਰਿੰਦਰ ਸਿੰਘ ਮੋਹਰੇ ਹੋ ਕੇ ਤੁਰਦਾ ਤੇ ਬਾਕੀ ਪੋਲੀਟੀਕਲ ਪਾਰਟੀਆਂ ਅਗਰ ਨਾ ਤੁਰਦੀਆਂ ਫਿਰ ਅਸੀਂ ਬਾਕੀਆਂ ਨੂੰ ਮਾੜਾ ਕਹਿੰਦੇ। ਅੱਜ ਤਾਂ ਸਾਰੀਆਂ ਰਾਜਨੀਤਿਕ ਪਾਰਟੀਆਂ ਦੇ ਜਿੰਨੇ ਚੀਫ ਆ ਆਗੂ ਆ ਉਹ ਕੈਪਟਨ ਅਮਰਿੰਦਰ ਸਿੰਘ ਨੂੰ ਕਹਿ ਰਹੇ ਕਿ ਤੂੰ ਮੋਹਰੇ ਹੋ ਕੇ ਲੱਗ ਤੇ ਤੂੰ ਆਲ ਪਾਰਟੀ ਮੀਟਿੰਗ ਬੁਲਾ ਤੇ ਜੋ ਤੂੰ ਡਿਸੀਜਨ ਲਊਂਗਾ ਅਸੀਂ ਤੇਰੇ ਨਾਲ ਆ, ਤੇਰੇ ਨਾਲ ਦਿੱਲੀ ਚੱਲਦੇ ਆ, ਪਾਰਲੀਮੈਂਟ ਹਾਊਸ ਦਾ ਵੀ ਘਿਰਾਓ ਕਰਦੇ ਆ ਤੇ ਪ੍ਰਧਾਨ ਮੰਤਰੀ ਦੇ ਘਰ ਦਾ ਵੀ। ਔਰ ਕੈਪਟਨ ਅਮਰਿੰਦਰ ਸਿੰਘ ਉਹ ਕਰਕੇ ਰਾਜੀ ਨਹੀਂ ਕਿਉਂਕਿ ਉਹਦੀ ਆਲਰੇਡੀ ਨਰਿੰਦਰ ਮੋਦੀ ਨਾਲ ਹੱਥ ਮਿਲਿਆ ਹੈ ਔਰ ਉਹ ਇੱਥੇ ਆਪਣੇ ਆਪ ਨੂੰ ਕਿਸਾਨਾਂ ਦਾ ਨੇਤਾ ਕਹਾਉਂਦਾ। ਅੰਦਰੋਂ ਨਰਿੰਦਰ ਮੋਦੀ ਦੇ ਨਾਲ ਰਲ ਕੇ ਇਹ ਕਿਸਾਨਾਂ ਦੇ ਵਿਰੋਧ ਵਿੱਚ ਉਸ ਚੀਜ਼ ਨੂੰ ਇੰਪਲੀਮੈਂਟ ਕਰਾ ਰਿਹਾ। ਇਸ ਕਰਕੇ ਕਿਸਾਨ ਜਥੇਬੰਦੀਆਂ ਨੂੰ ਵੀ, ਕਿਸਾਨਾਂ ਨੂੰ ਵੀ, ਕਿਸਾਨਾਂ ਦੇ ਬੱਚਿਆਂ ਨੂੰ ਵੀ ਅੱਜ ਇਹ ਸਮਝ ਲੈਣਾ ਚਾਹੀਦਾ ਕਿ ਜਿਹੜੇ ਵੀ ਪੋਲੀਟੀਸ਼ੀਅਨ ਹੈ ਉਹ ਰਾਜਨੀਤਿਕ ਗੇਮਾਂ ਖੇਲਦੇ। ਜੇ ਸੁਖਬੀਰ ਬਾਦਲ ਨੂੰ ਪਤਾ ਲੱਗ ਗਿਆ ਵੀ ਕਿਸਾਨ ਜਿਹੜਾ ਸਾਡਾ ਕੈਡਰ ਆ ਉਹ ਸਾਡੇ ਥੱਲਿਓਂ ਨਿਕਲ ਚੱਲਾ, ਤਦ ਉਹਨਾਂ ਨੇ ਅਸਤੀਫਾ ਦਿੱਤਾ। ਉਹਦੀ ਵਾਈਫ ਨੇ, ਤਦ ਉਹ ਪੰਜਾਬ 'ਚ ਆ ਕੇ ਆਪਣੇ ਆਪ ਨੂੰ ਕਹਿਣ ਲੱਗੇ ਅਸੀਂ ਕਿਸਾਨਾਂ ਦੇ ਲੀਡਰ ਹਾਂ। ਕੈਪਟਨ ਅਮਰਿੰਦਰ ਸਿੰਘ ਜਿਹੜਾ ਉਹ ਨਰਿੰਦਰ ਮੋਦੀ ਦਾ ਪਿੱਠੂ ਬਣ ਕੇ ਔਰ ਉਹ ਕਿਸਾਨਾਂ ਨੂੰ ਵੀ ਗੁੰਮਰਾਹ ਕਰ ਰਿਹਾ ਤੇ ਦਲਿਤਾਂ ਦੀ ਤਾਂ ਗੱਲ ਹੀ ਛੱਡੋ। ਉਹ ਹੁਣ ਕੈਪਟਨ ਅਮਰਿੰਦਰ ਸਿੰਘ ਨੇ ਦਲਿਤਾਂ ਦੇ ਕਈ ਮੁੱਦੇ ਡਿਸਕਸ ਕਰਨੇ। ਜਿਹੜੇ ਦਲਿਤ ਲੀਡਰ ਕਾਂਗਰਸ 'ਚ ਬੈਠੇ ਉਹ ਨਹੀਂ ਦਲਿਤਾਂ ਪ੍ਰਤੀ ਸੁਹਿਰਦ ਹੈਗੇ ਤਾਂ ਕੈਪਟਨ ਨੇ ਕੀ ਕਰਨੇ ਆ। ਇੱਦਾਂ ਹੀ ਦਲਿਤਾਂ ਦੇ ਜਿਹੜੇ ਲੀਡਰ ਅਕਾਲੀ ਦਲ 'ਚ ਬੈਠੇ ਆ ਜਦ ਉਹ ਹੀ ਨਹੀਂ ਦਲਿਤਾਂ ਦੀ ਗੱਲ ਕਰਦੇ ਤਾਂ ਫਿਰ ਅਕਾਲੀ ਦਲ ਨੇ ਕੀ ਕਰਨੀ ਹੈ। ਇੱਦਾਂ ਹੀ ਹੋਰ ਪੋਲੀਟੀਕਲ ਪਾਰਟੀਆਂ। ਹੁਣ ਜਿਹੜੀ ਸਾਡੀ ਜਥੇਬੰਦੀ ਆ ਬਹੁਜਨ ਸਮਾਜ ਪਾਰਟੀ ਉਹ ਉਹਨਾਂ ਨੂੰ ਜਿੱਥੇ ਅਸੀਂ ਕਿਸਾਨਾਂ ਦਾ ਦੇਖੋ ਮੋਢੇ ਨਾਲ ਮੋਢਾ ਸਾਥ ਦੇ ਰਹੇ ਪੂਰੇ ਪੰਜਾਬ 'ਚ ਸਾਡੇ ਜਿੰਨੇ ਵੀ ਦਲਿਤ ਲੀਡਰ ਆ ਸਾਰੇ ਕਹਿ ਰਹੇ ਅਸੀਂ ਕਿਸਾਨਾਂ ਨਾਲ ਖੜੇ ਹਾਂ। ਮਗਰ ਜਿੱਥੇ ਉਹ ਕਿਸਾਨਾਂ ਨਾਲ ਖੜੇ ਮੈਂ ਕਦੀ ਗੜੀ ਸਾਹਿਬ ਨੂੰ ਦੇਖਿਆ ਹੀ ਨਹੀਂ ਅੱਜ ਤੱਕ ਵੀ ਕਿਸੇ ਕਿਸਾਨ ਅੰਦੋਲਨ ਵਿੱਚ ਜਾ ਕੇ ਬੋਲਦਾ ਮੈਂ ਕਦੀ ਸੁਣਿਆ ਹੋਵੇ ਜਾਂ ਕਿਸੇ ਕਿਸਾਨ ਆਗੂ ਨੂੰ ਮਿਲਿਆ ਹੋਵੇ ਜਾਂ ਕਿਸੇ ਨੂੰ ਉਹਨੇ ਕਿਹਾ ਹੋਵੇ ਵੀ ਸਾਡੀ ਜਥੇਬੰਦੀ ਇਹ ਹੈਗੀ ਆ ਮਜ਼ਦੂਰਾਂ ਦੀ ਜਥੇਬੰਦੀ ਤੇ ਤੁਸੀਂ ਸਾਰੇ ਕਿਸਾਨ ਜਥੇਬੰਦੀਆਂ ਦੇ ਆਗੂ ਬੈਠੇ ਆ, ਮਜ਼ਦੂਰ ਤੇ ਕਿਸਾਨ ਦੀ ਏਕਤਾ ਹੈ ਤੇ ਵੀ ਮੈਨੂੰ ਵੀ ਤੁਸੀਂ ਵਕਤ ਦਿਓ ਮੈਂ ਆ ਕੇ ਚਾਰ ਸ਼ਬਦ ਬੋਲਾਂ ਕਿਸਾਨਾਂ ਦੇ ਹਿੱਤ ਵਿੱਚ ਤਾਂ ਜੋ ਕਿ ਜੇ ਕਿਸਾਨ ਸੁਰੱਖਿਅਤ ਹੋਊਗਾ ਤਾਂ ਮਜ਼ਦੂਰ ਸੁਰੱਖਿਅਤ ਹੋਊਗਾ। ਇਹ ਗੜੀ ਸਾਹਿਬ ਨੂੰ ਕਹਿਣਾ ਚਾਹੀਦਾ। ਮੇਰੇ ਵੱਲੋਂ ਅੱਜ ਦੇ ਤੁਹਾਡੇ ਮਾਧਿਅਮ ਤੋਂ ਮੈਂ ਉਹਨਾਂ ਨੂੰ ਅਪੀਲ ਵੀ ਕਰਦਾ ਕਿ ਤੁਹਾਡੇ ਉੱਪਰ ਕੋਈ ਕੁਐਸਚਨ ਮਾਰਕ ਨਹੀਂ, ਬਹੁਜਨ ਸਮਾਜ ਪਾਰਟੀ 'ਤੇ ਕੋਈ ਕੁਐਸਚਨ ਮਾਰਕ ਨਹੀਂ ਹੈਗਾ। ਸਗੋਂ ਬਹੁਜਨ ਸਮਾਜ ਪਾਰਟੀ ਨੂੰ ਕਿਸਾਨ ਅੰਦੋਲਨਾਂ ਦੇ ਵਿੱਚ ਜਾ ਕੇ ਬੈਠਣਾ ਵੀ ਚਾਹੀਦਾ ਔਰ ਉੱਥੇ ਜਾ ਕੇ ਉਹਨਾਂ ਦੀਆਂ ਅੰਦੋਲਨ ਦੇ ਵਿੱਚ ਜਾ ਕੇ ਆਪਣੇ ਆਪ ਨੂੰ ਕਨਵਿੰਸ ਵੀ ਕਰਨਾ ਚਾਹੀਦਾ। ਔਰ ਜਿਹੜੇ 3 ਆਰਡੀਨੈਂਸ ਬਿੱਲ ਆ ਉਹਦੀ ਪ੍ਰੋਪਰ ਸਟੱਡੀ ਕਰਕੇ ਜਾਣ। ਉਹ ਬਿੱਲਾਂ ਦੇ ਉੱਤੇ ਜਾ ਕੇ ਇਹਨਾਂ ਨੂੰ ਉੱਥੇ ਲੈਕਚਰ ਵੀ ਦੇਣਾ ਚਾਹੀਦਾ ਔਰ ਕੇਂਦਰ ਸਰਕਾਰ ਔਰ ਰਾਜ ਸਰਕਾਰਾਂ ਨੂੰ ਵੀ ਉੱਥੇ ਜਾ ਕੇ ਖਰੀ ਖੋਟੀ ਸੁਣਾਉਣੀ ਚਾਹੀਦੀ ਹੈ। ਤਦ ਹੀ ਜਾ ਕੇ ਅਸੀਂ ਕਹਾਂਗੇ ਨਾ ਜੀ ਵੀ ਕਿਸਾਨ ਤੇ ਮਜ਼ਦੂਰ ਦੀ ਜਿਹੜੀ ਏਕਤਾ ਆ ਉਹ ਪੰਜਾਬ ਦੇ ਵਿੱਚ ਤਦ ਹੀ ਬਰਕਰਾਰ ਰਹੂਗੀ। ਸੋ ਤੁਸੀਂ ਅੱਜ ਵਕਤ ਕੱਢਿਆ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੇ ਦੇਖੋ ਕੀ ਹੁਣ ਅੱਗੇ ਆਉਣ ਵਾਲੇ ਸਮੇਂ ਚੱਲਦਾ। ਜੇ ਤਾਂ ਕੇਂਦਰ ਸਰਕਾਰ ਤੇ ਰਾਜ ਸਰਕਾਰ ਅਗਰ ਕੋਈ ਵਧੀਆ ਡਿਸੀਜਨ ਲੈ ਲੈਣਗੇ ਤਾਂ ਕੋਈ ਭਲਾ ਹੋ ਜਾਊਗਾ, ਨਹੀਂ ਤਾਂ ਫਿਰ ਮੈਨੂੰ ਤਾਂ ਇਉਂ ਲੱਗਦਾ ਆਉਣ ਵਾਲੇ ਸਮੇਂ ਦੇ ਵਿੱਚ ਕਿਤੇ 84 ਵਾਲਾ ਦੌਰ ਨਾ ਚੱਲ ਪਵੇ ਕਿਉਂਕਿ ਬੱਚੇ ਬਹੁਤ ਗਰਮ ਆ। ਅੱਜ ਕਿਸਾਨਾਂ ਦੇ ਬੱਚੇ ਬੱਚੀਆਂ ਅੱਜ ਸੜਕਾਂ 'ਤੇ ਬੈਠੀਆਂ, ਈਵਨ ਦੈਨ ਹੈਂਡੀਕੈਪ ਬਜ਼ੁਰਗ ਮਾਤਾਵਾਂ, ਹੁਣ ਸਾਡੀਆਂ ਮਾਤਾਵਾਂ ਘਰਾਂ 'ਚ ਬੈਠੀਆਂ ਲੀਡਰਾਂ ਦੀਆਂ ਤੇ ਇੱਥੇ ਕਿਸਾਨਾਂ ਦੀਆਂ ਮਾਤਾਵਾਂ ਤੁਸੀਂ ਜਾ ਕੇ ਦੇਖੋ, ਹਾਲਤ ਦੇਖੋ, ਤੁਹਾਨੂੰ ਰੋਣਾ ਆਊਗਾ। ਉਹਨਾਂ ਦੇ ਕੁੱਬ ਨਿਕਲੇ ਆ, ਸੋਟੀਆਂ ਫੜੀਆਂ, ਝੰਡੇ ਹੱਥਾਂ 'ਚ ਫੜੇ ਆ, ਉਹ ਐਜੀਟੇਸ਼ਨ ਕਰ ਰਹੀਆਂ ਤੇ ਉਹ ਵੀ ਤਾਂ ਮਾਵਾਂ ਹੀ ਆ ਨਾ। ਉਹ ਬੱਚੇ ਜਿਹੜੇ ਆ ਉਹ ਵੀ ਤਾਂ ਬੱਚੇ ਹੀ ਆ ਨਾ ਸਾਡੇ। ਤੇ ਅੱਜ ਸਾਡੇ ਬੱਚੇ ਉਹ ਸੜਕਾਂ 'ਤੇ ਬਹਿ ਕੇ ਅੰਦੋਲਨ ਕਰਦੇ ਆ ਤੇ ਲੀਡਰ ਸਾਰੇ ਆਪੋ ਆਪਣੇ ਘਰਾਂ 'ਚ ਆਰਾਮ ਨਾਲ ਬੈਠੇ ਆ। ਤਾਂ ਮੈਂ ਤਾਂ ਇਹ ਕਹੂੰਗਾ ਕਿਸਾਨਾਂ ਨੂੰ, ਜੇ ਇਹ ਲੀਡਰ ਬੰਦੇ ਦੇ ਪੁੱਤ ਨਹੀਂ ਬਣਦੇ ਫਿਰ ਇਹਨਾਂ ਦਾ ਚੰਮ ਲਾਉਣਾ ਸ਼ੁਰੂ ਕਰ ਦਿਓ। ਜਿਹੜਾ ਲੀਡਰ ਇਹਨਾਂ ਦੇ ਹਿੱਤ 'ਚ ਬੋਲੂਗਾ ਤਾਂ ਉਹਨੂੰ ਤੁਸੀਂ ਜੈ ਜੈਕਾਰ ਕਰੋ। ਜਿਹੜਾ ਤੁਹਾਡੇ ਹਿੱਤ 'ਚ ਨਹੀਂ ਬੋਲਦਾ, ਤੁਹਾਡੇ ਵਿਰੋਧ 'ਚ ਚੱਲਦਾ, ਚਾਹੇ ਉਹ ਕਾਂਗਰਸੀ ਆ, ਚਾਹੇ ਅਕਾਲੀ ਆ, ਚਾਹੇ ਬੀਜੇਪੀ ਆ, ਫਿਰ ਬਖਸ਼ੋ ਨਾ ਕਿਸੇ ਨੂੰ।
ਆਇਓ ਫੈਂਟਾ ਚਾੜ ਕੇ ਤੋਰੋ ਵੀ ਜਦੋਂ ਫੈਂਟਾ ਲਿਥੂਗਾ ਐਨ ਬੰਦੇ ਦੇ ਪੁੱਤ ਬਣ ਜਾਣਗੇ, ਸੋਚ ਸਮਝ ਕੇ ਪਿੰਡਾਂ 'ਚ ਬਣਨਗੇ। ਤਾਂ ਜੇ ਇਹਨਾਂ ਨੇ ਫਲੈਕਸੀਬਲ ਰਣਨੀਤੀ ਅਪਣਾਈ, ਨਹੀਂ ਇਹ ਅਸੀਂ ਤਾਂ ਕਿਸਾਨ ਆ, ਅਕਾਲੀ ਦਲ ਕਿਸਾਨਾਂ ਦੀ ਜਥੇਬੰਦੀ, ਨਾ ਅਕਾਲੀਆਂ ਨੂੰ ਕੁਛ ਨਹੀਂ ਕਹਿਣਾ, ਕਾਂਗਰਸੀਆਂ ਨੂੰ ਕੁਛ ਨਹੀਂ ਕਹਿਣਾ, ਬੀਜੇਪੀ ਨੂੰ ਕੁਛ ਨਹੀਂ ਕਹਿਣਾ, ਚਲੋ ਸਾਡੀ ਜਥੇਬੰਦੀ ਦੇ ਵਿੱਚ ਤਾਂ ਬਹੁਤੇ ਕਿਸਾਨ ਹੈ ਹੀ ਨਹੀਂ, ਤੇ ਅਸੀਂ ਤਾਂ ਐਜ਼ ਏ ਹਿਊਮਨ ਬੀਇੰਗ ਜੇ ਰੋਟੀ ਖਾਣੀ ਆ ਤਾਂ ਸਾਨੂੰ ਕਿਸਾਨਾਂ ਦਾ ਸਮਰਥਨ ਕਰਨਾ ਚਾਹੀਦਾ। ਮੈਂ ਤਾਂ ਇਸ ਸੋਚ ਦਾ ਧਾਰਨੀ ਆ, ਤੇ ਕਿਸਾਨ ਨਹੀਂ ਹੋਊਗਾ ਤੇ ਫਿਰ ਤੁਸੀਂ ਭੁੱਖੇ ਮਰੋਗੇ, ਫਿਰ ਅਸੀਂ ਵੀ ਭੁੱਖੇ ਮਰਾਂਗੇ। ਇਸ ਕਰਕੇ ਮੇਰੀ ਤਾਂ ਇਹ ਕੇਂਦਰ ਸਰਕਾਰ ਨੂੰ ਵੀ ਤੇ ਇਹ ਪੰਜਾਬ ਸਰਕਾਰ ਨੂੰ ਵੀ ਅਪੀਲ ਆ ਕਿ ਕੋਈ ਚੱਜ ਦੇ ਕੰਮ ਕਰ ਲਓ ਤੇ ਪੰਜਾਬ ਨੂੰ ਬਚਾ ਲਓ, ਨਹੀਂ ਤਾਂ ਤੁਹਾਡੇ ਟੈਗ ਲੱਗ ਜਾਣਾ ਵੀ ਪੰਜਾਬ ਦਾ ਹੱਸਦਾ ਬਸਦਾ ਪੰਜਾਬ ਦਾ ਬੇੜਾ ਗਰਕ ਅੱਗੇ 84 'ਚ ਹੋਇਆ ਸੀ, ਹੁਣ ਤੁਸੀਂ ਇਹਨਾਂ ਨੇ ਕਰ ਦੇਣਾ। ਤਾਂ ਇਹ ਟੈਗ ਕਾਂਗਰਸੀਆਂ 'ਤੇ ਵੀ ਲੱਗਣਾ, ਬੀਜੇਪੀ 'ਤੇ ਵੀ ਲੱਗਣਾ, ਬਾਕੀਆਂ 'ਤੇ ਵੀ ਲੱਗਣਾ। ਆਪੋ ਆਪਣੀਆਂ ਸਿਕਿਉਰਿਟੀ ਨੂੰ ਲੈ ਕੇ, ਆਪਣੀ ਰਾਜਨੀਤੀ ਨੂੰ, ਆਪਣੀ ਛਵੀ ਨੂੰ ਲੈ ਕੇ ਅੱਜ ਕੇਂਦਰ ਸਰਕਾਰ ਨੂੰ ਕਹਿ ਰਹੇ ਸਾਨੂੰ Y+ ਸੁਰੱਖਿਆ ਦਿਓ, ਸਾਨੂੰ Z+ ਸੁਰੱਖਿਆ ਦਿਓ। ਕੰਮੇ ਹੀ ਜੁੱਤੀਆਂ ਵਾਲੇ ਨਾ ਕਰੋ, ਤੇ ਜੇ ਤੁਸੀਂ ਜੁੱਤੀਆਂ ਵਾਲੇ ਕੰਮ ਨਹੀਂ ਕਰੋਗੇ ਤਾਂ ਤੁਹਾਨੂੰ Z+ ਸੁਰੱਖਿਆ ਲੈਣ ਦੀ। ਮੈਂ ਤੁਰਿਆ ਫਿਰਦਾ ਸਵੇਰ ਦਾ, ਮੈਂ ਇਕੱਲਾ ਹੀ ਗੱਡੀ ਚਲਾ ਰਿਹਾ, ਇਕੱਲਾ ਹੀ ਤੁਰਿਆ ਫਿਰਦਾ, ਇਕੱਲਾ ਹੀ ਮੈਂ ਪ੍ਰੈਸ ਮੀਡੀਆ ਨੂੰ ਵੀ ਮਿਲ ਰਿਹਾ। ਜੇ ਸਾਡੇ ਵਰਗੇ ਇਕੱਲੇ ਤੁਰੇ ਫਿਰਦੇ ਆ ਤਾਂ ਇਹਨਾਂ ਨੂੰ ਫਿਰ Z+ ਤੇ Y+ ਸੁਰੱਖਿਆ ਕਿਉਂ ਜੀ? ਮੈਂ ਤਾਂ ਕੇਂਦਰ ਸਰਕਾਰ ਨੂੰ ਕਹਿ ਰਿਹਾ ਬਈ ਇਹ ਜਿਹੜੇ ਬੰਦੇ ਲੀਡਰ ਸਿਕਿਉਰਿਟੀ ਮੰਗਦੇ ਆ ਉਹਨਾਂ ਨੂੰ ਸਿਕਿਉਰਿਟੀ ਨਾ ਦਿੱਤੀ ਜਾਵੇ, ਰਾਜ ਸਰਕਾਰ ਵੀ ਸਿਕਿਉਰਿਟੀ ਨਾ ਦੇਵੇ, ਸਗੋਂ ਇਹਨਾਂ ਦਾ ਵਿਰੋਧ ਕਰੋ। ਅਗਰ ਇਹ ਚੰਗੇ ਕੰਮ ਕਰਨਗੇ ਲੋਕ ਇਹਨਾਂ ਦੇ ਗਲਾਂ 'ਚ ਹਾਰ ਪਾਉਣਗੇ, ਜੇ ਮਾੜੇ ਕਰਨਗੇ ਫਿਰ ਛਿੱਤਰਾਂ ਦੇ ਹਾਰ ਪਾਉਣਗੇ। ਇਹ ਪੈਣੇ ਐਤਕੀ ਜ਼ਰੂਰ ਆ ਜੀ। ਹੁਣ ਲੋਕਾਂ 'ਚ ਅਵੇਅਰਨੈਸ ਬਹੁਤ ਆ ਚੁੱਕੀ ਆ, ਲੋਕ ਸਮਝ ਚੁੱਕੇ ਆ, ਸੋਸ਼ਲ ਮੀਡੀਆ ਦਾ ਯੁੱਗ ਆ, ਕੱਲੀ ਗੱਲ ਲਾਈਵ ਨਾਲ ਹੀ ਨਾਲ ਚੱਲ ਰਹੀ ਆ, ਤੇ ਜਦੋਂ ਉਹ ਚੱਲ ਰਹੀ ਹੈ ਤਾਂ ਲੋਕ ਆਪੇ ਅਵੇਅਰ ਹੈ ਜੀ। ਸੋ ਬਹੁਤ ਬਹੁਤ ਧੰਨਵਾਦ ਜੀ। ਥੈਂਕ ਯੂ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਜੈ ਭੀਮ, ਜੈ ਭਾਰਤ। ਸੋ ਇਹ ਸਨ ਸਾਡੇ ਨਾਲ ਬਹੁਜਨ ਸਮਾਜ ਪਾਰਟੀ ਦੇ ਸਾਬਕਾ ਮੀਤ ਪ੍ਰਧਾਨ ਸ਼੍ਰੀ MP ਸਿੰਘ ਗੁਰਾਇਆ ਜੀ, ਜਿਨ੍ਹਾਂ ਨੇ ਕਿ ਅੱਜ ਕਿਸਾਨਾਂ ਦੇ ਮੁੱਦੇ ਨੂੰ ਲੈ ਕੇ, ਖੇਤੀ ਕਾਨੂੰਨਾਂ ਨੂੰ ਲੈ ਕੇ ਜੋ ਅੱਜ ਇਸ ਚੈਨਲ ਦੇ ਨਾਲ ਗੱਲਬਾਤ ਕੀਤੀ। ਸੋ ਤੁਸੀਂ ਇਸੇ ਤਰ੍ਹਾਂ ਨਵੀਆਂ ਖਬਰਾਂ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ, ਸ਼ੇਅਰ ਕਰੋ ਔਰ ਕਮੈਂਟਸ ਦੇ ਵਿੱਚ ਆਪਣੀ ਰਾਏ ਜ਼ਰੂਰ ਦਿਓ। ਇਜਾਜ਼ਤ, ਧੰਨਵਾਦ।